Hello students. Today we will discuss some important question answer of 12th class 3rd poem Keeping Quiet, written by Pablo Neruda. He was born on 12th July 1904 and died on 23 September 1973. Let's start some important question of this poem. Your first question is, what will counting up to 12 and keeping still help us achieve? ਜੋ 12 ਤੱਕ ਗਿਣਨਾ ਹੈ and keeping still ਅਤੇ ਸ਼ਾਂਤ ਹੋ ਜਾਣਾ ਹੈ help us achieve, ਸਾਨੂੰ ਕੀ ਪ੍ਰਾਪਤ ਕਰਨ ਦੇ ਵਿੱਚ ਇਹ ਸਹਾਇਤਾ ਕਰੇਗਾ? The poet is emphasizing on the importance of taking pause from busy lives. ਇਸ ਪੋਇਮ ਦੇ ਵਿੱਚ ਜੋ ਪੋਇਟ ਹੈ ਉਹ ਜ਼ੋਰ ਪਾ ਰਿਹਾ ਹੈ। ਐਮਫੇਸਾਈਜ਼ਿੰਗ ਕਰਨਾ ਕੀ ਹੁੰਦਾ ਹੈ? ਕੋਈ ਪ੍ਰੈਸ਼ਰ ਪਾਉਣਾ, ਕੋਈ ਜ਼ੋਰ ਪਾਉਣਾ ਔਨ ਦਾ ਇੰਪੋਰਟੈਂਸ ਆਫ ਟੇਕਿੰਗ ਪੌਜ਼, ਇੱਕ ਥੋੜਾ ਜਿਹਾ ਪੌਜ਼ ਲੈਣਾ, ਥੋੜਾ ਜਿਹਾ ਰੁਕਣਾ, ਇਸ ਚੀਜ਼ ਦੀ ਮਹੱਤਤਾ ਉੱਤੇ ਜ਼ੋਰ ਪਾ ਰਿਹਾ ਹੈ। ਫਰੋਮ ਬਿਜ਼ੀ ਲਾਈਵਸ, ਸਾਡੇ ਜੋ ਜੀਵਨ ਹਨ ਬੜੇ ਬਿਜ਼ੀ ਹਨ, ਉਸ ਦੇ ਵਿੱਚੋਂ ਥੋੜਾ ਜਿਹਾ ਪੌਜ਼ ਲੈਣ ਦੇ ਉੱਪਰ ਜ਼ੋਰ ਪਾ ਰਿਹਾ ਹੈ। ਐਂਡ ਟੂ ਇੰਟਰੋਸਪੈਕਟ ਵਿਦਿਨ ਆਰਸੈਲਵਸ, ਇੰਟਰੋਸਪੈਕਟ ਕਰਨਾ ਕੀ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਜਾਣੀਏ, ਆਪਣੇ ਆਪ ਨੂੰ ਪਹਿਚਾਣੀਏ, ਨਿਰੀਖਣ ਕਰੀਏ ਆਪਣੇ ਆਪ ਦਾ। He wants us to realize the impact of our deeds and be happy on our achievements. ਪੋਇਟ ਕੀ ਚਾਹੁੰਦਾ ਹੈ ਕਿ ਅਸੀਂ ਮਹਿਸੂਸ ਕਰੀਏ ਜੋ ਸਾਡੇ ਕੰਮ ਹਨ, ਸਾਡੇ ਡੀਡਸ ਹਨ, ਉਹਨਾਂ ਦਾ ਸਾਡੇ ਜੀਵਨ ਉੱਤੇ ਕੀ ਪ੍ਰਭਾਵ ਪਿਆ ਹੈ, ਉਸ ਨੂੰ ਅਸੀਂ ਮਹਿਸੂਸ ਕਰੀਏ ਅਤੇ ਜੋ ਸਾਡੀਆਂ ਅਚੀਵਮੈਂਟਸ ਹਨ, ਜੋ ਅਸੀਂ ਪ੍ਰਾਪਤ ਕਰ ਲਿਆ ਹੈ ਜੀਵਨ ਦੇ ਵਿੱਚ, ਉਸ ਉੱਤੇ ਅਸੀਂ ਖੁਸ਼ ਰਹੀਏ। Your next question is, do you think the poet advocate total inactivity and death? ਕੀ ਤੁਸੀਂ ਸੋਚਦੇ ਹੋ ਕਿ ਪੋਇਟ ਟੋਟਲ ਇਨਐਕਟੀਵਿਟੀ, ਟੋਟਲ ਅਸੀਂ ਇਨਐਕਟਿਵ ਹੋ ਜਾਈਏ, ਸ਼ਾਂਤ ਹੋ ਜਾਈਏ, ਕੁਝ ਵੀ ਨਾ ਕਰੀਏ ਜੀਵਨ ਦੇ ਵਿੱਚ, ਜਾਂ ਡੈਥ ਨੂੰ ਐਡਵੋਕੇਟ ਕਰ ਰਿਹਾ ਹੈ? ਕੀ ਤੁਸੀਂ ਇਸ ਤਰ੍ਹਾਂ ਸੋਚਦੇ ਹੋ? ਆਨਸਰ ਕੀ ਹੈ ਇਸਦਾ? ਨੋ। ਦ ਪੋਇਟ ਸੇਜ਼ ਇਨ ਦ ਲਾਈਨਸ, ਪੋਇਟ ਇਹਨਾਂ ਲਾਈਨਾਂ ਵਿੱਚ ਕਹਿੰਦਾ ਹੈ ਜੋ ਪੋਮ ਦੇ ਵਿੱਚ ਹੀ ਦਿੱਤੀਆਂ ਗਈਆਂ ਹਨ, ਵਟ ਆਈ ਵਾਂਟ ਸ਼ੁੱਡ ਨਾਟ ਬੀ ਕਨਫਿਊਜ਼ਡ ਵਿਦ ਟੋਟਲ ਇਨਐਕਟੀਵਿਟੀ। ਜੋ ਮੈਂ ਚਾਹੁੰਦਾ ਹਾਂ ਉਹ ਕੀ ਹੈ ਕਿ ਤੁਹਾਨੂੰ ਟੋਟਲ ਇਨਐਕਟੀਵਿਟੀ ਮੇਰੀ ਗੱਲ ਨੂੰ ਨਹੀਂ ਸਮਝ ਲੈਣਾ ਚਾਹੀਦਾ, ਕਿ ਜੋ ਮੈਂ ਚਾਹੁੰਦਾ ਹਾਂ ਨਾ ਕਿ ਅਸੀਂ ਸ਼ਾਂਤ ਹੋਈਏ ਜੀਵਨ ਦੇ ਵਿੱਚ ਕੁਝ ਸਮੇਂ ਦੇ ਲਈ, ਉਸ ਨੂੰ ਤੁਸੀਂ ਟੋਟਲ ਇਨਐਕਟੀਵਿਟੀ ਨਾ ਸਮਝ ਲੈਣਾ। ਲਾਈਫ ਇਜ਼ ਵਟ ਇਟ ਇਜ਼ ਅਬਾਊਟ, ਜੀਵਨ ਜੋ ਹੈ ਉਹ ਉਸੇ ਤਰ੍ਹਾਂ ਹੀ ਰਹਿਣਾ ਹੈ। ਆਈ ਵਾਂਟ ਨੋ ਟਰੱਕ ਵਿਦ ਡੈਥ, ਇੱਕ ਈਡੀਅਮ ਦਿੱਤਾ ਗਿਆ ਸੀ ਪੋਇਮ ਦੇ ਵਿੱਚ ਕਿ ਮੈਂ ਕੋਈ ਵੀ ਮੇਰਾ ਮਤਲਬ ਨਹੀਂ ਹੈ ਡੈਥ ਨਾਲ, ਜਾਂ ਡੈਥ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਇਟ ਇਜ਼ ਕਲੀਅਰ ਫਰੋਮ ਥੀਸ ਲਾਈਨਸ that he does not advocate total inactivity or death. ਇਹ ਲਾਈਨਾਂ ਇਹ ਗੱਲ ਕਲੀਅਰ ਕਰ ਦਿੰਦੀਆਂ ਹਨ ਕਿ ਜੋ ਪੋਇਟ ਹੈ ਉਹ ਟੋਟਲ ਇਨਐਕਟੀਵਿਟੀ ਜਾਂ ਡੈਥ ਦੇ ਨਾਲ ਆਪਣਾ ਕੋਈ ਵੀ ਐਸੋਸੀਏਟ ਸਿੱਧ ਨਹੀਂ ਕਰ ਰਿਹਾ, ਟੋਟਲ ਡੈਥ ਨੂੰ ਜਾਂ ਟੋਟਲ ਇਨਐਕਟੀਵਿਟੀ ਨੂੰ ਐਡਵੋਕੇਟ ਨਹੀਂ ਕਰ ਰਿਹਾ। Your third question is, what is the sadness that the poet refers to in the poem? ਉਹ ਸੈਡਨੈਸ ਕਿਹੜੀ ਹੈ ਜੋ ਪੋਇਟ ਇਸ ਪੋਮ ਦੇ ਵਿੱਚ ਰੈਫਰ ਕਰਦਾ ਹੈ? The sadness referred by the poet is the disappointment which engulfs our lives despite the fact that we are busy in completing our task for our survival. ਪੋਇਟ ਕਿਸ ਸੈਡਨੈਸ ਨੂੰ ਰੈਫਰ ਕਰਦਾ ਹੈ, ਕਿਸ ਉਦਾਸੀ ਵੱਲ ਇਸ਼ਾਰਾ ਕਰਦਾ ਹੈ ਕਿ ਜੋ ਡਿਸਅਪੁਆਇੰਟਮੈਂਟ ਹੈ, ਨਿਰਾਸ਼ਾ ਹੈ, ਜਿਹੜੀ ਸਾਨੂੰ ਐਨਗਲਫ ਕਰ ਲੈਂਦੀ ਹੈ, ਸਾਨੂੰ ਇੱਕ ਤਰੀਕੇ ਨਾਲ ਸਾਡੇ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲੈਂਦੀ ਹੈ, ਸਾਡੇ ਜੀਵਨ ਉੱਪਰ, ਡਿਸਪਾਈਟ ਦਾ ਫੈਕਟ, ਇਸ ਫੈਕਟ ਦੇ ਹੁੰਦੇ ਹੋਏ ਕਿ ਅਸੀਂ ਬਿਜ਼ੀ ਹਾਂ ਆਪਣਾ ਟਾਸਕ ਪੂਰੇ ਕਰਨ ਦੇ ਵਿੱਚ, ਜੀਵਨ ਦੇ ਵਿੱਚ ਜੋ ਅਸੀਂ ਨਿਸ਼ਾਨੇ ਮਿੱਥੇ ਹਨ ਕਿ ਅਸੀਂ ਇਹ ਪ੍ਰਾਪਤ ਕਰਨਾ ਹੈ, ਉਹ ਪ੍ਰਾਪਤ ਕਰਨਾ ਹੈ, ਜਾਂ ਆਪਣੇ ਸਰਵਾਈਵਲ ਦੇ ਲਈ, ਆਪਣੇ ਗੁਜ਼ਾਰੇ ਦੇ ਲਈ ਜੋ ਟਾਸਕ ਅਸੀਂ ਮਿੱਥੇ ਹੋਏ ਹਨ, ਉਹ ਸਭ ਕੁਝ ਕਰਨ ਦੇ ਵਿੱਚ ਭਾਵੇਂ ਦੀ ਅਸੀਂ ਬਿਜ਼ੀ ਹਾਂ, ਪਰ ਇੱਕ ਸੈਡਨੈਸ ਹੈ ਜੋ ਸਾਨੂੰ ਕੀ ਹੈ, ਐਨਗਲਫ ਕਰ ਲੈਂਦੀ ਹੈ, ਸਾਨੂੰ ਇੱਕ ਤਰੀਕੇ ਨਾਲ ਕਾਬੂ ਪਾ ਲੈਂਦੀ ਹੈ ਸਾਡੇ ਉੱਪਰ। ਉਸ ਸੈਡਨੈਸ ਦਾ ਜ਼ਿਕਰ ਕਰ ਰਿਹਾ ਹੈ। ਦਿਸ ਇਜ਼ ਬਿਕੋਜ਼ ਵੀ ਆਰ ਰਿਊਨਿੰਗ ਆਰ ਲਾਈਵਸ ਬਾਈ ਆਰ ਡੀਡਸ। ਇਹ ਕਿਉਂ ਹੁੰਦਾ ਹੈ? ਕਿਉਂਕਿ ਅਸੀਂ ਆਪਣੇ ਕੰਮਾਂ ਦੇ ਨਾਲ ਹੀ ਆਪਣੇ ਜੀਵਨ ਨੂੰ ਕੀ ਹੈ, ਤਬਾਹ ਕਰ ਰਹੇ ਹਾਂ। ਕਿਉਂਕਿ ਇਨਸਾਨ ਕੀ ਹੈ, ਲਾਲਚੀ ਹੋ ਜਾਂਦਾ ਹੈ। ਉਹ ਕੀ ਹੈ,
ਆਪਣੇ ਫਾਇਦੇ ਦੇ ਲਈ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਕਲੀਅਰ। ਇਸ ਤਰ੍ਹਾਂ ਕੀ ਹੈ, ਉਸਦੇ ਆਪਣੇ ਜੀਵਨ ਦੇ ਵਿੱਚ ਹੀ ਕੀ ਹੈ, ਆਪਣੇ ਕੰਮਾਂ ਦੇ ਕਰਕੇ ਆਪਣੇ ਜੀਵਨ ਦੇ ਵਿੱਚ ਹੀ ਨਿਰਾਸ਼ਾ ਆ ਜਾਂਦੀ ਹੈ। We are doing such works of destruction that we are digging our own grave of sadness। ਅਸੀਂ ਇਸ ਤਰ੍ਹਾਂ ਦੇ ਤਬਾਹੀ ਦੇ ਕੰਮ ਕਰ ਰਹੇ ਹਾਂ ਕਿ ਅਸੀਂ ਆਪਣੀ ਉਦਾਸੀ ਵਾਲੀ ਕਬਰ ਹੈ ਜੋ ਆਪ ਹੀ ਖੋਦ ਰਹੇ ਹਾਂ। Your next question is, what symbol from nature does the poet invoke to say that there can be life under apparent stillness? ਇੱਕ ਕਿਹੜਾ ਪ੍ਰਤੀਕ ਹੈ ਜੋ ਪੋਇਟ ਲੈਂਦਾ ਹੈ ਨੇਚਰ ਦੇ ਵਿੱਚੋਂ, ਕਿਹੜੀ ਐਗਜ਼ਾਮਪਲ ਲੈਂਦਾ ਹੈ ਕਿ ਪੂਰੀ ਸਟਿਲਨੈਸ ਹੋਣ ਦੇ ਬਾਵਜੂਦ ਵੀ ਕੀ ਹੈ, ਇੱਕ ਜੀਵਨ ਹੁੰਦਾ ਹੈ। देयर कैन बी लाइफ, ਜੀਵਨ ਹੋ ਸਕਦਾ ਹੈ ਅੰਡਰ ਅਪਰੈਂਟ ਸਟਿਲਨੈਸ। ਜੇਕਰ ਸਾਨੂੰ ਪੂਰੀ ਤਰ੍ਹਾਂ ਸਟਿਲਨੈਸ ਵੀ ਦਿਖ ਰਹੀ ਹੈ ਨਾ, ਉਸ ਦੇ ਵਿੱਚ ਵੀ ਕੀ ਹੈ, ਜੀਵਨ ਹੋ ਸਕਦਾ ਹੈ। ਕਿਹੜੀ ਨੇਚਰ ਦੇ ਵਿੱਚੋਂ ਐਗਜ਼ਾਮਪਲ ਲੈਂਦਾ ਹੈ ਪੋਇਟ? ਦ ਪੋਇਟ ਯੂਜ਼ਸ ਦ ਅਰਥ ਐਜ਼ ਅ ਸਿੰਬਲ ਟੂ ਡਿਪਿਕਟ ਦੈਟ। ਪੋਇਟ ਕਿਹੜੀ ਐਗਜ਼ਾਮਪਲ ਲੈਂਦਾ ਹੈ? ਅਰਥ ਦੀ ਐਗਜ਼ਾਮਪਲ ਲੈਂਦਾ ਹੈ ਇਹ ਡਿਪਿਕਟ ਕਰਨ ਦੇ ਲਈ, ਦੈਟ ਈਵਨ ਵੈਨ ਐਵਰੀ ਕ੍ਰੀਏਸ਼ਨ ਆਫ ਨੇਚਰ ਔਨ ਦ ਅਰਥ ਬਿਕਮਸ ਸਟਿਲ। ਕਿ ਜੋ ਨੇਚਰ ਦੇ ਵਿੱਚ ਹਰ ਇੱਕ ਕ੍ਰੀਏਸ਼ਨ ਜੋ ਰਚਨਾ ਹੈ ਸਾਨੂੰ ਬਿਲਕੁਲ ਸ਼ਾਂਤ ਲੱਗਦੀ ਹੋਵੇ ਭਾਵੇਂ, ਇਟ ਇਜ਼ ਲਿਵਿੰਗ beneath that stillness and after some time once again becomes lively। ਇਹ ਕੀ ਹੈ, ਇਸ ਸਟਿਲਨੈਸ ਦੇ ਥੱਲੇ ਵੀ ਕੀ ਹੁੰਦਾ ਹੈ, ਜੀਵਨ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਹੀ ਉਹ ਕੀ ਹੈ, ਦੁਬਾਰਾ ਜੀਵਤ ਹੋ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕੀ ਵੇਖਦੇ ਹਾਂ ਕਿ ਪਤਝੜ ਦੇ ਵਿੱਚ ਸਾਰੇ ਪੱਤੇ ਵਗੈਰਾ ਸੁੱਕ ਜਾਂਦੇ ਹਨ, ਚਾਰੇ ਪਾਸੇ ਕੀ ਲੱਗਦਾ ਹੈ ਕਿ ਜੀਵਨ ਬਿਲਕੁਲ ਖਤਮ ਹੀ ਹੋ ਗਿਆ ਹੈ, ਬਿਲਕੁਲ ਹਰਿਆਲੀ ਨਹੀਂ ਹੈ। ਪਰ ਕੀ ਹੁੰਦਾ ਹੈ, ਜਦ ਦੁਬਾਰਾ ਬਸੰਤ ਰੁੱਤ ਆਉਂਦੀ ਹੈ, ਸਪਰਿੰਗ ਸੀਜ਼ਨ ਆਉਂਦਾ ਹੈ, ਉਦੋਂ ਕੀ ਹੁੰਦਾ, ਦੁਬਾਰਾ ਕੀ ਹੈ, ਜੋ ਬੀਜ ਹੁੰਦੇ ਹਨ ਧਰਤੀ ਦੇ ਥੱਲੇ ਦੱਬੇ ਹੋਏ, ਉਹ ਫੇਰ ਪੁੰਗਰ ਪੈਂਦੇ ਹਨ ਅਤੇ ਦੁਬਾਰਾ ਧਰਤੀ ਉੱਪਰ ਜੀਵਨ ਦੁਬਾਰਾ ਸਟਾਰਟ ਹੋ ਜਾਂਦਾ ਹੈ। ਇਸ ਲਈ ਉਹ ਕੀ ਹੈ, ਪੋਇਟ ਨੇਚਰ ਦੀ ਇੱਕ ਐਗਜ਼ਾਮਪਲ ਲੈਂਦਾ। ਜਿਵੇਂ ਪੋਇਮ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਵੇਂ ਕੀ ਹੈ, ਆਪਾਂ ਜੋ ਇੱਕ ਵੀਡੀਓ ਲੈਕਚਰ ਪੋਇਮ ਦਾ ਬਣਾਇਆ, ਲਾਈਨ ਟੂ ਲਾਈਨ ਐਕਸਪਲੇਨੇਸ਼ਨ, ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਕੀ ਹੈ, ਡਾਇਨਾਸੌਰ ਬਿਲਕੁਲ ਖਤਮ ਹੋ ਗਏ ਸੀ, ਧਰਤੀ ਬਿਲਕੁਲ ਕੀ ਹੋ ਗਈ ਸੀ, ਇਸ ਤਰ੍ਹਾਂ ਲੱਗਦਾ ਸੀ ਕਿ ਕੁਝ ਵੀ ਨਹੀਂ ਬਚਿਆ। ਪਰ ਉਸ ਤੋਂ ਬਾਅਦ ਵੀ ਕੀ ਹੈ, ਜੀਵਨ ਦੁਬਾਰਾ ਸਟਾਰਟ ਹੋ ਗਿਆ ਧਰਤੀ ਦੇ ਉੱਪਰ। ਇਸ ਤਰ੍ਹਾਂ ਕੀ ਹੈ, ਬਿਲਕੁਲ ਸ਼ਾਂਤੀ ਹੋਣ ਦੇ ਬਾਵਜੂਦ ਵੀ ਨੇਚਰ ਦੇ ਵਿੱਚ ਕੀ ਹੁੰਦਾ ਹੈ ਕਿ ਜੀਵਨ ਚੱਲ ਰਿਹਾ ਹੁੰਦਾ, ਬਿਲਕੁਲ ਖਤਮ ਕੁਝ ਵੀ ਨਹੀਂ ਹੁੰਦਾ। Your next question is, which is the exotic movement that the poet refers to in keeping quiet? ਉਹ ਕਿਹੜਾ ਅਸਧਾਰਨ ਮੂਵਮੈਂਟ ਹੈ ਜਿਸ ਦੇ ਵੱਲ ਇਸ਼ਾਰਾ ਕਰਦਾ ਹੈ ਪੋਇਟ ਕੀਪਿੰਗ ਕੁਆਇਟ ਪੋਇਮ ਦੇ ਵਿੱਚ? The poet refers to the importance of stillness। ਕਿਸ ਗੱਲ ਦੀ ਮਹੱਤਤਾ ਬਾਰੇ ਦੱਸਦਾ ਹੈ ਪੋਇਟ? ਸਟਿਲਨੈਸ ਦੀ ਮਹੱਤਤਾ ਬਾਰੇ ਦੱਸਦਾ ਹੈ। ਐਂਡ ਕੁਆਇਟਨੈਸ ਐਜ਼ ਐਨ ਐਗਜ਼ੋਟਿਕ ਮੂਵਮੈਂਟ। ਸਟਿਲਨੈਸ ਨੂੰ ਅਤੇ ਕੁਆਇਟਨੈਸ ਨੂੰ, ਸ਼ਾਂਤੀ ਨੂੰ ਇੱਕ ਐਗਜ਼ੋਟਿਕ ਮੂਵਮੈਂਟ ਦੱਸਦਾ ਹੈ ਕਿ ਇਹ ਬੜਾ ਮਹੱਤਵਪੂਰਨ ਪਲ ਹੁੰਦਾ ਹੈ। ਇਟ ਵੁੱਡ ਬੀ ਐਨ ਐਗਜ਼ੋਟਿਕ ਐਜ਼ ਸੱਚ ਮੂਵਮੈਂਟ ਵਿਲ ਸਪਰੈਡ ਪੀਸ ਐਂਡ ਬ੍ਰਦਰਹੁੱਡ। ਇਹ ਕੀ ਹੈ, ਐਗਜ਼ੋਟਿਕ ਹੋਵੇਗਾ, ਇੱਕ ਅਸਧਾਰਨ ਮੂਵਮੈਂਟ ਹੋਵੇਗਾ ਕਿਉਂਕਿ ਇਹ ਸ਼ਾਂਤੀ ਅਤੇ ਭਾਈਚਾਰਾ ਫੈਲਾਵੇਗਾ। ਜਦ ਅਸੀਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣਾ ਬੰਦ ਕਰ ਦੇਵਾਂਗੇ, ਬਿਲਕੁਲ ਸ਼ਾਂਤ ਹੋ ਜਾਵਾਂਗੇ, ਤਾਂ ਇਸ ਤਰ੍ਹਾਂ ਕੀ ਹੋਵੇਗਾ, ਸਾਡੇ ਵਿੱਚ ਇੱਕ ਭਾਈਚਾਰਾ ਫੈਲੇਗਾ। देयर वुड बी नो मूवमेंट, कोई मूवमेंट नहीं होगी, कोई टॉक नहीं होगी, नो एक्टिविटी एंड कॉन्सिक्वेंटली नो वायलेंस। कोई एक्टिविटी जब नहीं होगी तो यह क्लीयर ही है कि कोई हिंसा भी नहीं होगी। वट इज द सैडनेस दैट द पोएट रैफरस टू इन द पोएम। पोएट किहड़ी उदासी रैफर करता है इस पोएम दे विच? द पोएट रैफरस टू द सैडनेस विच सराउंड्स अस ड्यू टू नॉट हैविंग एनी टाइम फॉर हिमसैल्फ। किस उदासी की गल करता है पोएट कि साडे जो दुआले उदासी है किस लई है कि साडे कोल अपने लिए ही टाइम नहीं है। द पेन ऑफ नॉट अंडरस्टैंडिंग वट ही और हिज फैलो ह्यूमन बींग्स वॉन्ट। इस गल का दर्द हुंदा है कि सानू समझ नहीं है कि साडे जो साथी हैं जां असीं हाँ वो की चाहुंदे हाँ। ही हैज़ नो टाइम फॉर इंट्रोस्पैक्शन। इंट्रोस्पैक्शन की हुंदा है? टू अंडरस्टैंड हिमसैल्फ और हरसैल्फ, अपने आप नूं समझना। कि इंसान कोल की है, अपने आप नूं समझण दा ही टाइम नहीं है। यही सैडनैस है उसके जीवन दे विच। ही इज़ अनेबल टू एनालाइज हिज ओन एक्शनस एंड अंडरस्टैंड इट्स कॉन्सिक्वेंसिस। वो की है, अनेबल है, अयोग है, यह
ਐਨਾਲਾਈਜ਼ ਕਰਨ ਦੇ ਲਈ, ਇਹ ਮਹਿਸੂਸ ਕਰਨ ਦੇ ਲਈ, ਸਮਝਣ ਦੇ ਵਿੱਚ ਅਯੋਗ ਹੈ ਕਿ ਜੋ ਉਹ ਕੰਮ ਕਰਦਾ ਹੈ ਅਤੇ ਜੋ ਚੀਜ਼ਾਂ ਨੂੰ ਉਹ ਸਮਝਦਾ ਹੈ ਉਸਦੇ ਕੀ ਨਤੀਜੇ ਨਿਕਲਣੇ ਹਨ, ਜੋ ਉਹ ਐਕਸ਼ਨਸ ਕਰਦਾ ਹੈ ਉਹਨਾਂ ਨੂੰ ਸਮਝਣ ਦੇ ਵਿੱਚ ਕੀ ਹੈ ਉਹ ਅਯੋਗ ਹੈ ਕਿ ਉਸਦੇ ਕੀ ਨਤੀਜੇ ਨਿਕਲਣੇ ਹਨ। ਇਹੀ ਉਸਦੇ ਜੀਵਨ ਦੇ ਵਿੱਚ ਸੈਡਨੈਸ ਹੈ। 7th question is, which images in the poem Keeping Quiet show that the poet condemned violence? ਉਹ ਕੀ ਇਮੇਜਸ ਪੋਇਮ ਦੇ ਵਿੱਚ ਆਈਆਂ ਹਨ ਜਿਹੜੀਆਂ ਸ਼ੋਅ ਕਰਦੀਆਂ ਹਨ ਕਿ ਪੋਇਟ ਪੂਰੀ ਤਰ੍ਹਾਂ ਹਿੰਸਾ ਦੇ ਵਿਰੁੱਧ ਹੈ। The images of fishermen not harming the whales in the sea and wars leaving behind no survivors to celebrate। ਇਹ ਜੋ ਪੋਇਮ ਦੇ ਵਿੱਚ ਦੋ ਐਗਜ਼ਾਮਪਲ ਦਿੱਤੀਆਂ ਗਈਆਂ ਨਾ ਕਿ ਜੋ ਫਿਸ਼ਰਮੈਨ ਹਨ ਉਹ ਨੁਕਸਾਨ ਨਾ ਪਹੁੰਚਾਉਣ ਵੇਲਜ਼ ਨੂੰ, ਜੋ ਸਮੁੰਦਰ ਵਿੱਚ ਵੇਲਜ਼ ਹਨ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਉਣ, ਅਤੇ ਜਿਹੜੇ ਵਾਰਜ਼ ਕਰਦੇ ਹਨ, ਵਾਰਜ਼ ਅਗੇਂਸਟ ਨੇਚਰ ਐਂਡ ਵਾਰਜ਼ ਵਿਦ ਫਾਇਰ ਐਂਡ ਆਪਾਂ ਕੀਤਾ ਸਮੋਕ ਐਂਡ ਫਾਇਰ ਨਾਲ ਜੋ ਲੜਾਈਆਂ ਲੜਦੇ ਹਨ ਇੱਕ ਦੂਸਰੇ ਦੇ ਵਿਰੁੱਧ, ਉਹਨਾਂ ਦੀ ਗੱਲ ਆਈ ਸੀ। ਇਸ ਤਰ੍ਹਾਂ ਦੀ ਵਾਰਜ਼ ਦੇ ਵਿੱਚ ਕੀ ਹੈ, ਸਰਵਾਈਵਰ ਕੋਈ ਵੀ ਨਹੀਂ ਹੁੰਦਾ ਸੈਲੀਬ੍ਰੇਟ ਕਰਨ ਦੇ ਲਈ, ਕਿ ਕਿਉਂਕਿ ਕੋਈ ਜਿਉਂਦਾ ਹੀ ਨਹੀਂ ਬਚੇਗਾ। ਜਦ ਨੇਚਰ ਹੀ ਅਸੀਂ ਨਸ਼ਟ ਕਰ ਦਿੱਤੀ, ਇਸ ਜਾਂ ਦਰਖਤਾਂ ਨੂੰ ਕੱਟ ਦਿੱਤਾ ਜਾਂ ਅੱਗ ਦੇ ਨਾਲ, ਫਾਇਰ ਦੇ ਨਾਲ ਇੱਕ ਦੂਸਰੇ ਨੂੰ ਖਤਮ ਹੀ ਕਰ ਦਿੱਤਾ, ਤਾਂ ਸੈਲੀਬ੍ਰੇਟ ਕਰਨ ਦੇ ਲਈ ਕੌਣ ਬਚੇਗਾ। ਇਸ ਤਰ੍ਹਾਂ ਕੀ ਹੈ, ਇਹ ਗੱਲਾਂ ਸਾਨੂੰ ਕੀ ਸ਼ੋਅ ਕਰਦੀਆਂ ਕਿ ਜੋ ਪੋਇਟ ਹੈ ਵਾਇਓਲੈਂਸ ਦੇ ਪੂਰੀ ਤਰ੍ਹਾਂ ਵਿਰੋਧ ਵਿੱਚ ਹੈ। It shows that the poet condemned violence. The poet wants the warmongers to change their blood-stained claws to clean ones. ਉਹ ਕੀ ਚਾਹੁੰਦਾ ਹੈ, ਪੋਇਟ ਕੀ ਚਾਹੁੰਦਾ ਹੈ ਕਿ ਜੋ ਵਾਰਮੋਂਗਰਸ ਹਨ, ਯੁੱਧ ਲੜਨ ਵਾਲੇ ਜੋ ਹਨ, ਉਹ ਚੇਂਜ ਕਰ ਲੈਣ ਆਪਣੇ ਬਲੱਡ ਸਟੇਨਡ ਕਲੌਜ਼। ਕਿਉਂਕਿ ਯੁੱਧ ਲੜ ਕੇ ਕੀ ਹੈ, ਯੁੱਧ ਕਰਕੇ ਉਹਨਾਂ ਦੇ ਜੋ ਕੱਪੜੇ ਹਨ, ਕਲੌਜ਼ ਹਨ, ਉਹਨਾਂ ਦੇ ਉੱਪਰ ਬਲੱਡ ਦੇ ਧੱਬੇ ਆ ਗਏ ਹਨ, ਉਹਨਾਂ ਨੂੰ ਚੇਂਜ ਕਰ ਲੈਣ ਉਹ। The poet's refusal to have any association or dealing with death also shows that he is not in favor of any type of violence. ਪੋਇਟ ਕੀ ਕਹਿੰਦਾ ਹੈ ਕਿ ਮੇਰਾ ਕੋਈ ਵੀ ਸਬੰਧ ਨਹੀਂ ਹੈ ਡੈਥ ਨਾਲ। ਇਹ ਗੱਲ ਕੀ ਸ਼ੋਅ ਕਰਦੀ ਹੈ ਕਿ ਉਹ ਵਾਇਓਲੈਂਸ ਦੇ ਪੂਰੀ ਤਰ੍ਹਾਂ ਵਿਰੋਧ ਵਿੱਚ ਹੈ। ਨੈਕਸਟ ਕੁਐਸਚਨ ਇਜ਼, ਹਾਊ ਅਕੋਰਡਿੰਗ ਟੂ ਨੈਰੂਡਾ, ਪੋਇਟ ਦਾ ਨੇਮ ਹੈ ਪੈਬਲੋ ਨੈਰੂਡਾ, ਹਾਊ ਅਕੋਰਡਿੰਗ ਟੂ ਨੈਰੂਡਾ ਕੈਨ ਕੀਪਿੰਗ ਕੁਆਇਟ ਚੇਂਜ ਆਰ ਐਟੀਟਿਊਡ ਟੂ ਲਾਈਫ। ਜੋ ਕੀਪਿੰਗ ਕੁਆਇਟ ਹੈ, ਸ਼ਾਂਤ ਰਹਿਣਾ ਹੈ, ਸਾਡਾ ਐਟੀਟਿਊਡ ਕਿਵੇਂ ਚੇਂਜ ਕਰ ਸਕਦਾ ਹੈ ਜੀਵਨ ਦੇ ਪ੍ਰਤੀ। ਕੀਪਿੰਗ ਕੁਆਇਟ ਐਂਡ suspending all our activities for a brief moment and analyze our own actions। ਜੋ ਸ਼ਾਂਤ ਰਹਿਣਾ ਹੈ ਅਤੇ ਬਿਲਕੁਲ ਬੰਦ ਕਰ ਦੇਣੀਆਂ ਹਨ, ਸਾਰੀਆਂ ਐਕਟੀਵਿਟੀਜ਼ ਬੰਦ ਕਰ ਦੇਣਾ ਹੈ ਕੁਝ ਸਮੇਂ ਦੇ ਲਈ, ਅਤੇ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਹੈ, ਆਪਣੇ ਐਕਸ਼ਨਸ ਨੂੰ ਐਨਾਲਾਈਜ਼ ਕਰਨਾ ਹੈ। ਇਸ ਤਰ੍ਹਾਂ ਕੀ ਹੈ, we will develop a new understanding of our surroundings। ਅਸੀਂ ਆਪਣੇ ਆਲੇ ਦੁਆਲੇ ਦੇ ਪ੍ਰਤੀ ਇੱਕ ਨਵੀਂ ਅੰਡਰਸਟੈਂਡਿੰਗ ਕਰਾਂਗੇ and thus change our attitude to life। ਅਤੇ ਇਸ ਤਰ੍ਹਾਂ ਜੀਵਨ ਦੇ ਪ੍ਰਤੀ ਸਾਡਾ ਐਟੀਟਿਊਡ ਚੇਂਜ ਹੋ ਜਾਵੇਗਾ। We will check our destructive ways and try to be more positive। ਅਸੀਂ ਰੋਕ ਦੇਵਾਂਗੇ ਜੋ ਸਾਡੇ ਤਬਾਹੀ ਵਾਲੇ ਢੰਗ ਤਰੀਕੇ ਹਨ, ਉਹਨਾਂ ਨੂੰ ਰੋਕ ਦੇਵਾਂਗੇ ਅਤੇ ਜ਼ਿਆਦਾ ਪੋਜ਼ਿਟਿਵ ਬਣਨ ਦੀ ਅਸੀਂ ਕੀ ਹੈ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਸ਼ਾਂਤ ਰਹਿ ਕੇ ਕੀ ਅਸੀਂ ਆਪਣਾ ਐਟੀਟਿਊਡ ਹੈ ਜੋ ਜੀਵਨ ਦੇ ਪ੍ਰਤੀ ਬਦਲ ਸਕਦੇ ਹਾਂ। ਨੈਕਸਟ ਕੁਐਸਚਨ ਇਜ਼, what are the different kinds of wars mentioned in the poem? ਉਹ ਕਿਸ ਤਰ੍ਹਾਂ ਦੀਆਂ ਅਲੱਗ-ਅਲੱਗ ਕਿਸਮ ਦੀਆਂ ਵਾਰਸ ਹਨ ਜੋ ਮੈਂਸ਼ਨ ਕੀਤੀਆਂ ਗਈਆਂ ਹਨ ਇਸ ਪੋਮ ਦੇ ਵਿੱਚ। What is Neruda's attitude towards these wars? ਨੈਰੂਡਾ ਦਾ ਕੀ ਰਵੱਈਆ ਹੈ ਇਹਨਾਂ ਵਾਰਸ ਦੇ ਪ੍ਰਤੀ। The poet has written about wars against humanity and nature। ਪੋਇਟ ਨੇ ਕੀ ਹੈ ਲਿਖਿਆ ਹੈ, ਯੁੱਧਾਂ ਦੇ ਬਾਰੇ ਲਿਖਿਆ ਹੈ ਜੋ ਹਿਊਮੈਨਿਟੀ ਅਤੇ ਕੁਦਰਤ ਦੇ ਵਿਰੁੱਧ ਹਨ, ਮਨੁੱਖਤਾ ਅਤੇ ਕੁਦਰਤ ਦੇ ਵਿਰੁੱਧ ਜੋ ਵਾਰਸ ਹਨ। ਗ੍ਰੀਨ ਵਾਰਸ, wars with poisonous gases and wars with fire are the different kinds of wars mentioned in the poem। ਇਹ ਜੋ ਅਲੱਗ-ਅਲੱਗ ਕਿਸਮ ਦੀਆਂ ਵਾਰਸ ਹਨ ਉਹ ਮੈਂਸ਼ਨ ਜੋ ਕੀਤੀਆਂ ਗਈਆਂ ਹਨ ਪੋਇਮ ਦੇ ਵਿੱਚ। wars do good with no one। ਜੋ ਇਹ ਵਾਰਸ ਹਨ ਕਿਸੇ ਦਾ ਵੀ ਚੰਗਾ ਨਹੀਂ ਕਰਦੀਆਂ। ਪੈਬਲੋ ਨੈਰੂਡਾ feels that such wars may bring victory। ਪੈਬਲੋ ਨੈਰੂਡਾ ਕੀ ਮਹਿਸੂਸ ਕਰਦੇ ਹਨ ਕਿ ਇਸ ਤਰ੍ਹਾਂ ਦੀਆਂ ਵਾਰਸ ਜਿੱਤ ਤਾਂ ਲਿਆ ਸਕਦੀਆਂ ਹਨ, ਬਟ ਦੇਅਰ ਆਰ ਨੋ ਸਰਵਾਈਵਰਸ। ਪਰ ਫਿਰ ਸਰਵਾਈਵਰਸ ਕੋਈ ਵੀ ਨਹੀਂ ਬਚਦੇ, ਉਹਨਾਂ ਨੂੰ ਸੈਲੀਬ੍ਰੇਟ ਕਰਨ ਦੇ ਲਈ ਕੋਈ ਨਹੀਂ ਬਚਦਾ। ਇਟ ਮੀਨਸ ਦੈਟ ਦੇਅਰ ਇਜ਼ ਹੈਵੀ ਲਾਸ ਆਫ ਲਾਈਫ ਇਨ ਬੋਥ ਦਾ ਸਾਈਡਸ। ਇਸ ਦਾ ਮਤਲਬ ਕੀ ਹੈ
ਕਿ ਦੋਵਾਂ ਸਾਈਡਾਂ ਦੇ ਉੱਤੇ ਹੀ ਕੀ ਹੈ, ਬਹੁਤ ਵੱਡਾ ਜੋ ਜੀਵਨ ਦਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ ਹੈ। ਤਾਂ ਸੈਲੀਬ੍ਰੇਟ ਕਰਨ ਦੇ ਲਈ ਦੋਵਾਂ ਸਾਈਡਾਂ ਦੇ ਉੱਪਰ ਕੋਈ ਵੀ ਨਹੀਂ ਬਚਦਾ। ਜੇਕਰ ਅਸੀਂ ਨੇਚਰ ਦੇ ਵਿਰੁੱਧ ਵਾਰ ਕਰਦੇ ਹਾਂ, ਦਰਖਤਾਂ ਨੂੰ ਕੱਟ ਦਿੰਦੇ ਹਾਂ, ਤਾਂ ਜੀਵਨ ਧਰਤੀ ਉੱਤੇ ਨਹੀਂ ਬਚੇਗਾ। ਜੇਕਰ ਅਸੀਂ ਫਾਇਰ ਦੇ ਨਾਲ ਜਾਂ ਜੋ ਗੈਸਸ ਹਨ ਇਹਨਾਂ ਦੀਆਂ ਲੜਾਈਆਂ ਲੜਾਂਗੇ ਤਾਂ ਵੀ ਕੀ ਹੈ, ਸੰਸਾਰ ਉੱਤੇ ਸੈਲੀਬ੍ਰੇਟ ਕਰਨ ਦੇ ਲਈ ਕੋਈ ਨਹੀਂ ਬਚੇਗਾ। ਨੈਕਸਟ ਕੁਐਸਚਨ ਇਜ਼, ਅਕੋਰਡਿੰਗ ਟੂ ਦਾ ਪੋਇਟ ਵਟ ਇਜ਼ ਇਟ ਦੈਟ ਹਿਊਮਨ ਬੀਇੰਗਸ ਕੈਨ ਲਰਨ ਫਰੋਮ ਨੇਚਰ। ਲੇਖਕ ਦੇ ਅਨੁਸਾਰ ਉਹ ਕੀ ਚੀਜ਼ ਹੈ ਜੋ ਹਿਊਮਨ ਬੀਇੰਗਸ ਹੈ ਨੇਚਰ ਤੋਂ ਸਿੱਖ ਸਕਦੇ ਹਨ। The earth is never in a state of total inactivity। ਧਰਤੀ ਕਦੇ ਵੀ total inactivity, total ਸ਼ਾਂਤੀ ਦੇ ਰੂਪ ਵਿੱਚ ਕਦੇ ਨਹੀਂ ਆਉਂਦੀ, inactive ਨਹੀਂ ਹੁੰਦੀ ਕਦੇ ਵੀ ਉਹ। Nature carries on its work even where there is stillness all around। ਜੋ ਕੁਦਰਤ ਹੈ ਆਪਣਾ ਕੰਮ ਚਾਲੂ ਹੀ ਰੱਖਦੀ ਹੈ ਭਾਵੇਂ ਚਾਰੇ ਪਾਸੇ ਕੀ ਹੈ, stillness ਹੀ ਹੋਵੇ। Winter is associated with inactivity। ਜੋ ਵਿੰਟਰ ਹੈ, ਸਰਦੀਆਂ ਆ ਜਾਂਦੀਆਂ ਹਨ, ਪੱਤੇ ਝੜ ਜਾਂਦੇ ਹਨ, ਇਸ ਨੂੰ ਇਨਐਕਟੀਵਿਟੀ ਦਾ ਇੱਕ ਸਿੰਬਲ ਮੰਨਿਆ ਗਿਆ ਹੈ, ਇਨਐਕਟੀਵਿਟੀਜ਼ ਦੇ ਨਾਲ ਉਸ ਨੂੰ ਸੰਬੰਧਿਤ ਕੀਤਾ ਗਿਆ ਹੈ। ਬਟ ਇਟ ਇਜ਼ ਨਾਟ ਟੋਟਲ ਟਰੂ। ਪਰ ਇਹ ਟੋਟਲ ਟਰੂ ਨਹੀਂ ਹੈ, ਕਿਉਂਕਿ ਜੋ ਬੀਜ ਹੁੰਦੇ ਹਨ ਨਾ ਦੱਬੇ ਹੋਏ ਧਰਤੀ ਦੇ ਥੱਲੇ ਜੋ ਦੱਬ ਜਾਂਦੇ ਹਨ, ਉਹ ਕੀ ਹੈ, ਸਪਰਿੰਗ ਸੀਜ਼ਨ ਆਉਣ ਤੇ ਦੁਬਾਰਾ ਉਹ ਕੀ ਹੈ, ਸਪਰਾਊਟ ਹੋ ਜਾਂਦੇ ਹਨ, ਫੁੱਟੇ ਆਉਂਦੇ ਹਨ ਤੇ ਦੁਬਾਰਾ ਦਰਖਤ ਬਣ ਜਾਂਦੇ ਹਨ। What will counting up to 12 and keeping quiet help us to achieve? ਜੋ 12 ਤੱਕ ਗਿਣਨਾ ਹੈ ਅਤੇ ਸ਼ਾਂਤ ਹੋ ਜਾਣਾ ਹੈ, ਸਾਡਾ ਕੀ ਪ੍ਰਾਪਤ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ। The poet asked even one of us to count to 12 and then be quiet। ਪੋਇਟ ਕੀ ਕਹਿੰਦਾ ਹੈ, ਈਚ ਵਨ ਆਫ ਅਸ, ਸਾਡੇ ਵਿੱਚੋਂ ਸਾਰੇ ਹੀ ਅਸੀਂ ਕੀ ਹੋ ਜਾਈਏ, 12 ਤੱਕ ਗਿਣੀਏ ਅਤੇ ਬਿਲਕੁਲ ਸ਼ਾਂਤ ਹੋ ਜਾਈਏ ਤੇ 12 ਤੱਕ ਗਿਣੀਏ। ਸਾਈਲੈਂਟ ਐਂਡ ਮੋਸ਼ਨਲੈਸ, ਬਿਲਕੁਲ ਸਾਈਲੈਂਟ, ਬਿਲਕੁਲ ਮੋਸ਼ਨਲੈਸ ਹੋ ਜਾਈਏ। ਦ ਕੁਐਸਚਨਸ ਵਿਲ ਕ੍ਰੀਏਟ ਕੁਆਇਟਨੈਸ, ਦ ਕੁਆਇਟਨੈਸ ਵਿਲ ਕ੍ਰੀਏਟ ਅ ਮੂਵਮੈਂਟ ਆਫ ਟੂਗੈਦਰਨੈਸ ਅਮੰਗ ਆਲ। ਇਸ ਤਰ੍ਹਾਂ ਦੀ ਜੋ ਮੂਵਮੈਂਟ ਹੋਣਗੇ, ਸ਼ਾਂਤੀ ਵਾਲੇ ਮੂਵਮੈਂਟ ਹੋਣਗੇ, ਕੁਆਇਟਨੈਸ ਵਾਲੇ ਮੂਵਮੈਂਟ ਹੋਣਗੇ, ਉਹ ਕੀ ਹੈ, ਸਾਡੇ ਸਾਰਿਆਂ ਦੇ ਵਿੱਚ ਇੱਕ ਟੂਗੈਦਰਨੈਸ ਲੈ ਆਉਣਗੇ, ਕਿਉਂਕਿ ਅਸੀਂ ਸਾਰੇ ਹੀ ਸ਼ਾਂਤ ਹੋਵਾਂਗੇ, ਸਾਰਿਆਂ ਦੇ ਵਿੱਚ ਕੀ ਹੈ, ਇੱਕ ਇਕੱਠੇ ਹੋਵਾਂਗੇ ਅਸੀਂ। A condition which is foremost for the survival of humanity। ਇਹ ਜੋ ਕੰਡੀਸ਼ਨ ਹੈ ਨਾ, ਸਭ ਤੋਂ ਮੁੱਖ, ਸਭ ਤੋਂ ਮਹੱਤਵਪੂਰਨ ਕੰਡੀਸ਼ਨ ਹੈ, ਸਭ ਤੋਂ ਪਹਿਲੀ ਕੰਡੀਸ਼ਨ ਹੈ ਮਨੁੱਖਤਾ ਦੇ ਸਰਵਾਈਵਲ ਦੀ। ਜੇਕਰ ਮਨੁੱਖ ਨੇ ਇਸ ਧਰਤੀ ਉੱਪਰ ਰਹਿਣਾ ਹੈ ਤਾਂ ਸ਼ਾਂਤੀ ਜ਼ਰੂਰੀ ਹੈ। which is indeed an achievement, ਜਿਹੜੀ ਅਸਲ ਵਿੱਚ ਕੀ ਹੈ, ਇੱਕ ਪ੍ਰਾਪਤੀ ਹੀ ਹੈ। It will also give us one chance to analyze our actions and their consequences। ਅਤੇ ਇਸ ਤਰ੍ਹਾਂ ਜਦ ਅਸੀਂ ਸ਼ਾਂਤ ਹੋ ਜਾਵਾਂਗੇ, ਇਸ ਤਰ੍ਹਾਂ ਸਾਨੂੰ ਇੱਕ ਮੌਕਾ ਵੀ ਮਿਲੇਗਾ ਆਪਣੇ ਆਪ ਨੂੰ ਐਨਾਲਾਈਜ਼ ਕਰਨ ਦਾ, ਆਪਣੇ ਆਪ ਨੂੰ ਸਮਝਣ ਦਾ, ਆਪਣੇ ਐਕਸ਼ਨਸ ਨੂੰ ਐਨਾਲਾਈਜ਼ ਕਰਨ ਦਾ ਤੇ ਉਹਨਾਂ ਦੇ ਕੀ ਨਤੀਜੇ ਅੱਗੇ ਨਿਕਲਣੇ ਹਨ, ਇਸ ਸਭ ਬਾਰੇ ਸੋਚਣ ਸਮਝਣ ਦਾ ਸਾਨੂੰ ਇੱਕ ਮੌਕਾ ਵੀ ਮਿਲੇਗਾ। ਓਕੇ, ਥੈਂਕਸ ਸਟੂਡੈਂਟਸ, ਆਈ ਹੋਪ ਯੂ ਹੈਵ ਅੰਡਰਸਟੂਡ ਦਿਸ ਕੁਐਸਚਨ। I will come with another poem in our next video lecture. Thanks.